Hi everyone, I'm Dr. Shreya Pava and I'm back again with another video on lockdown special. And this time it's Psych Talks with Mr. Vijay Tandon. Being an actor, writer, producer and director, he's done it all. He has been associated with the cinema for 50 long years and was conferred with the National Award for his film Kacheri. Just not being a fine actor, producer, director, but I realized while talking to him that he had a fine persona. While talking to him, he reminded me of Viktor Frankl's very famous quote: "When one can no longer change the situation, we are challenged to change ourselves." This current situation is synonymous to it. And I realized while talking to him that how wonderfully he has been using and implementing the learnings from this quote in his life intentionally and unintentionally. So let's see what he has to say about his COVID lockdown learnings to us. ਇਹ ਜਿਹੜਾ ਕਰੋਨਾ ਕਰਕੇ ਸਾਰੀ ਦੁਨੀਆ ਤੇ ਇੱਕ ਬਹੁਤ ਵੱਡਾ ਸੰਕਟ ਆਇਆ ਹੈ, ਉਹ ਸਭ ਲਈ ਇੱਕ ਬਰਾਬਰ ਹੈ। ਮੈਨੂੰ ਪਹਿਲਾਂ ਇਸ ਲੋਕਡਾਊਨ ਦਾ ਨਹੀਂ ਪਤਾ ਲੱਗਿਆ, ਯਾਨੀ ਕਿ ਬਹੁਤਾ ਅਹਿਸਾਸ ਨਹੀਂ ਹੋਇਆ, ਕਿਉਂਕਿ ਮੈਂ ਆਪਣੇ ਵੱਡੇ ਭਾਈ ਸਾਹਿਬ ਕੋਲ ਸੀ ਜਿਨ੍ਹਾਂ ਨੂੰ ਕੈਂਸਰ ਸੀ ਔਰ ਉਹ ਉਸ ਜੰਗ ਨੂੰ ਲੜ ਰਹੇ ਸੀ। 24 ਘੰਟੇ ਉਹਦੇ ਨਾਲ ਰਹਿਣਾ, ਮੈਨੂੰ ਬਾਹਰ ਦਾ ਕੁਝ ਨਹੀਂ ਪਤਾ ਲੱਗਦਾ ਕਿ ਬਾਹਰ ਕੀ ਹੋ ਰਿਹਾ। ਪਰ ਜਦੋਂ ਉਹਨਾਂ ਦੀ ਡੈਥ ਹੋ ਗਈ 10 ਅਪ੍ਰੈਲ ਨੂੰ, ਫਿਰ ਮੈਨੂੰ ਅਹਿਸਾਸ ਹੋਇਆ ਕਿ ਲੋਕਡਾਊਨ ਇੱਕ ਐਸੀ ਸਜ਼ਾ ਹੈ ਜਿਹਦੇ 'ਚ ਸਾਡਾ ਫਾਇਦਾ ਹੈ। ਮੈਂ ਵੀ ਲੋਕਾਂ ਦੇ ਨਾਲ ਆਪਣੇ ਘਰ 'ਚ ਬੰਦ ਹੋ ਗਿਆ, ਔਰ ਜਿਹੜਾ ਮੇਰਾ ਬਿਜ਼ਨਸ ਹੈ, ਮੇਰਾ ਪ੍ਰੋਫੈਸ਼ਨ ਹੈ ਐਕਟਿੰਗ, ਫਿਲਮ ਇੰਡਸਟਰੀ ਦਾ, ਉਹਨੂੰ ਤਾਂ ਇੱਕ ਬਹੁਤ ਵੱਡਾ ਝਟਕਾ ਲੱਗਿਆ, ਕਿਉਂਕਿ ਅਸੀਂ ਕੋਈ ਕੰਮ ਹੀ ਨਹੀਂ ਕਰ ਸਕਦੇ। ਹੁਣ ਉੱਥੇ ਲੋਕਾਂ ਨੇ ਐਡਜਸਟ ਕੀਤਾ, ਉੱਥੇ ਮੈਂ ਵੀ ਐਡਜਸਟ ਕਰ ਰਿਹਾ ਔਰ ਪੂਰੀ ਪਾਲਣਾ ਕਰ ਰਿਹਾ ਜਿਵੇਂ ਮੇਰੀ ਸਰਕਾਰ ਕਹਿੰਦੀ ਹੈ, ਜਿਵੇਂ ਸਾਨੂੰ ਡਾਕਟਰੀ ਹਦਾਇਤਾਂ ਮਿਲਦੀਆਂ, ਔਰ ਚਾਹੀਦਾ ਵੀ ਹੈ ਕਿ ਆਪਣੇ ਘਰ ਬੈਠੀਏ। ਇਹ ਜਿਹੜੀ ਮੇਨ ਚੀਜ਼ ਹੈ ਸੋਸ਼ਲ ਡਿਸਟੈਂਸਿੰਗ, ਇਹਨੂੰ ਮੇਨਟੇਨ ਕਰੀਏ, ਔਰ ਜਿਹੜਾ ਆਪਣਾ ਇਕਾਂਤ ਹੈ ਘਰ ਵਿੱਚ, ਉਹਨੂੰ ਇੰਜੋਏ ਕਰੀਏ, ਔਰ ਉਸ ਇਕਾਂਤ ਦਾ ਫਾਇਦਾ ਉਠਾਈਏ। ਜਿੱਥੇ ਤੱਕ ਇਸ ਇਕਾਂਤ ਦੇ ਫਾਇਦਾ ਉਠਾਉਣ ਦੀ ਗੱਲ ਹੈ, ਮੈਨੂੰ ਇਹ ਇਕਾਂਤ ਇਸ ਕਰਕੇ ਰੌਣਕ ਭਰਿਆ ਲੱਗਦਾ ਹੈ ਕਿਉਂਕਿ ਮੈਂ ਪਿਛਲੇ 50 ਸਾਲਾਂ ਤੋਂ ਥੀਏਟਰ 'ਤੇ ਵੀ ਕੰਮ ਕੀਤਾ, ਟੀਵੀ 'ਤੇ ਵੀ ਕੰਮ ਕੀਤਾ, ਫਿਲਮਾਂ ਵਿੱਚ ਵੀ ਕੰਮ ਕੀਤਾ, ਔਰ ਇਸ ਦੌਰਾਨ ਇਸ ਸਫ਼ਰ 'ਚ ਬਹੁਤ ਜ਼ਿਆਦਾ ਲਿਟਰੇਰੀ ਬੰਦੇ ਨਾਲ ਮੇਰਾ ਵਾਹ ਪਿਆ। ਅੱਛੇ ਰਾਈਟਰ ਮਿਲੇ, ਅੱਛੇ ਸਿੰਗਰ ਮਿਲੇ, अच्छे फिल्म मेकर मिले, और अच्छे लिटरेरी दोस्त मिले। उन्होंने चित्ते करके, उन्होंने रचनावां पढ़ के इन्ना मैं आनंद लै रहा कि दिल करता है कि उन्होंने तो इंस्पायर हो कि मैं भी कुछ लिखा। मैं पंजाबी फिल्म लिखी सी कचहरी, जिन्होंने नेशनल अवार्ड मिले। मैं हिंदी फिल्म लिखी सरहद पार। कई सबजैक्ट ऐसे जिहड़े मेरे दिमाग 'ਚ घूम रहे हैं, मैं उन्होंने काम कर रहा। नवीं कोई होर क्रिएटिविटी करी जाना, कोई कहानी मेरे दिमाग जाती, उहदे पॉइंट्स लिखी जाना। कल ये लॉकडाउन तो खुलना ही खुलना, जिस दिन खुलेगा उस दिन फिर इन्हां कार्यों नूं शेप दे के आपां वधिया फिल्मां बनावांगे। अच्छा, इन्हां लिटरेरी गल्लां दा मतलब ये नहीं कि मैं सारा दिन इन्हां 'ਚ वड़िया रहना, किताबां 'ਚ वड़िया रहना या लिखदे रहना, नहीं। मेरी एक अपनी फैमिली है, और मेरी फैमिली मैं ये सोचदा कि सब तो वड्डी सोशल डिस्टेंसिंग की मिसाल है। मैं चंडीगढ़ बैठा, मेरी वाइफ तो वड्डी बेटी बंबे बैठे ने, मेरा वड्डा बेटा जिहड़ा सब तो वो गाजियाबाद बैठा है, मेरी छोटी बेटी जिहड़ी कि मैरिड है वो गुड़गांव बैठी है। रात में ਜਦੋਂ ਅਸੀਂ ਵੀਡੀਓ ਕਾਨਫਰੰਸ ਕਰਦੇ ਹਾਂ, ਸਾਰਾ ਟੱਬਰ ਇਕੱਠੇ ਹੋ ਜਾਂਦੇ ਹਾਂ। ਅਸੀਂ ਭਾਵੇਂ
ਸਾਰੇ ਇਕੱਠੇ ਨਹੀਂ, ਪਰ ਉਸ ਤੋਂ ਇਹ ਮਹਿਸੂਸ ਹੁੰਦਾ ਹੈ ਕਿ ਅਸੀਂ ਕੋਲ ਬੈਠੇ ਹਾਂ ਸਾਰੇ। ਠੀਕ ਹੈ ਕਿ ਹਾਸਾ ਮਾਹੌਲ ਵੀ ਥੋੜ੍ਹਾ ਬਹੁਤ ਹੁੰਦਾ ਹੈ ਅਤੇ ਕਿਤੇ ਸੀਰੀਅਸਨੈਸ ਵੀ ਆ ਜਾਂਦੀ ਹੈ। ਜਦੋਂ ਮੈਂ ਆਪਣੀ ਵਾਈਫ ਨੂੰ ਕਦੀ ਇਹ ਕਹਿ ਦਿੰਦਾ ਕਿ ਹਮ ਮਿਲेंगे, ਉਹ ਉਦਾਸ ਹੋ ਜਾਂਦੀ ਹੈ। ਫਿਰ ਮੈਂ ਉਹਨੂੰ ਕਨਫਰਮ ਕਰਦਾ ਕਿ ਹਮ ਮਿਲेंगे। ਸੋ ਇਹ ਦੋਨਾਂ ਗੱਲਾਂ 'ਚ ਬਹੁਤ ਫਰਕ ਪੈ ਜਾਂਦਾ ਹੈ। ਜਿੱਥੇ ਤੱਕ ਇਸ ਫਿਲਮ ਇੰਡਸਟਰੀ ਦੇ ਕੰਮਕਾਜ ਦਾ ਸਵਾਲ ਹੈ, ਠੀਕ ਹੈ ਕਿ ਹਾਲੇ 2-3 ਮਹੀਨੇ ਹੋਰ ਜ਼ਿਆਦਾ ਲੱਗਣ, 4 ਮਹੀਨੇ ਲੱਗਣ, ਲੇਕਿਨ ਇਹ ਕੰਮ ਚੱਲਣਗੇ। ਜਦ ਮੈਂ ਨਵਾਂ ਫਿਲਮ ਇੰਡਸਟਰੀ 'ਚ ਆਇਆ ਸੀ, ਉਦੋਂ ਸਿਰਫ ਟੈਲੀਵਿਜ਼ਨ ਸੀ, ਦੂਰਦਰਸ਼ਨ ਸੀ। ਟੈਲੀਵਿਜ਼ਨ ਵੱਡਾ ਹੁੰਦਾ ਗਿਆ, ਸਿਨੇਮਾ ਵੱਡਾ ਹੁੰਦਾ ਗਿਆ। ਉਸ ਤੋਂ ਬਾਅਦ ਟੈਕਨੀਕ ਜਿਹੜੀ ਹੈ ਉਹ ਐਡਵਾਂਸ ਹੁੰਦੀ ਗਈ। ਹੁਣ ਫਿਰ ਵੱਡੇ ਸਿਨੇਮੇ ਬੰਦ ਹੋ ਗਏ, ਵੱਡੀਆਂ ਫਿਲਮਾਂ ਲੱਗਣੀਆਂ ਬੰਦ ਹੋ ਗਈਆਂ। ਹੁਣ ਛੋਟੀਆਂ ਫਿਲਮਾਂ ਦਾ ਟਾਈਮ ਆ ਗਿਆ, ਵੈਬਸਾਈਟ ਸ਼ੁਰੂ ਹੋ ਗਈ ਹੈ। ਸੋ ਆਪਣਾ ਪੇਟ ਪਾਲਣ ਵਾਸਤੇ ਵੱਡੀਆਂ ਫਿਲਮਾਂ ਜਦ ਤੱਕ ਨਹੀਂ ਸ਼ੁਰੂ ਹੁੰਦੀਆਂ, ਸਾਨੂੰ ਇਹ ਛੋਟੇ ਜਿਹੜਾ ਸਾਡਾ ਸਿਸਟਮ ਸ਼ੁਰੂ ਹੋਇਆ, ਵੈਬ ਸੀਰੀਜ਼ ਹੈ, ਐਡ ਫਿਲਮਜ਼ ਹੈ, ਘਰ ਬੈਠੇ ਸ਼ੂਟ ਕਰੀ ਜਾਓ, ਆ ਫੇਸਬੁੱਕ ਹੈ, ਇਹਨਾਂ 'ਤੇ ਕੰਮ ਕਰਨਾ ਪਏਗਾ। ਸ਼ਿਵ ਬਟਾਲਵੀ ਦਾ ਇੱਕ ਸ਼ੇਰ ਚੇਤੇ ਆਉਂਦਾ ਮੈਨੂੰ, ਬਹੁਤ ਮਹਾਨ ਕਵੀ ਹੋਏ ਨੇ, ਸਦੀ ਦੇ ਸਭ ਤੋਂ ਵੱਡੇ ਕਵੀ ਸ਼ਿਵ ਬਟਾਲਵੀ, ਜਿਨ੍ਹਾਂ ਨਾਲ ਮੈਨੂੰ ਅਖੀਰਲੇ 3 ਸਾਲ ਰਹਿਣ ਦਾ ਮੌਕਾ ਮਿਲਿਆ। ਉਹਨਾਂ ਨੇ ਜ਼ਖਮਾਂ ਦੇ ਉੱਪਰ ਲਿਖਿਆ ਸੀ ਸ਼ੇਰ, ਫੱਟ ਜ਼ਖਮ ਨੂੰ ਕਹਿੰਦੇ ਆ। ਉਹਨੂੰ ਅਗਰ ਆਪਾਂ ਕਰੋਨਾ ਸਮਝ ਲਈਏ ਤੇ ਉਹ ਸ਼ੇਰ ਸੀ, ਇਹ ਫੱਟ ਹਨ ਇਸ਼ਕ ਦੇ ਯਾਰੋ, ਇਹਨਾਂ ਦੀ ਕੀ ਦਵਾ ਹੋਵੇ। ਇਹ ਹੱਥ ਲਾਇਆ ਵੀ ਦੁਖਦੇ ਨੇ, ਮਲਮ ਲਾਇਆ ਵੀ ਦੁਖਦੇ ਨੇ। ਇਹ ਕਰੋਨਾ ਹੈ, ਆਪੇ ਗੁਰੂ ਮਹਾਰਾਜ ਕੋਈ ਇਲਾਜ ਲੱਭੇਗਾ। ਆਪਾਂ ਸਾਰੇ ਫੇਰ ਸੁਰਖਰੂ ਹੋ ਜਾਵਾਂਗੇ, ਫਿਰ ਅਸੀਂ ਹੱਸਾਂਗੇ, ਹਸਾਵਾਂਗੇ ਔਰ ਤੁਹਾਡਾ ਭਰਪੂਰ ਮਨੋਰੰਜਨ ਕਰਾਂਗੇ ਪਹਿਲਾਂ ਦੀ ਤਰ੍ਹਾਂ, ਔਰ ਉਸ ਤੋਂ ਵੀ ਵੱਧ ਚੜ੍ਹ ਕੇ। ਜਿਉਂਦੇ ਰਹੋ, ਹੱਸਦੇ ਰਹੋ, ਵਸਦੇ ਰਹੋ, ਔਰ ਜਿਹੜੇ ਹੈ ਸੋਸ਼ਲ ਡਿਸਟੈਂਸਿੰਗ ਨੂੰ ਮੇਨਟੇਨ ਕਰੋ, ਮਾਸਕ ਪਾਓ, ਔਰ ਜਿਹੜੀ ਤੁਹਾਡੀ ਸਮਾਈਲ ਹੈ ਉਹ ਤੁਹਾਡੇ ਮਾਸਕ ਦੇ ਵਿੱਚੋਂ ਵੀ ਨਜ਼ਰ ਆਉਣੀ ਚਾਹੀਦੀ ਹੈ। ਅੰਦਰੋਂ ਖੁਸ਼ ਰਹੋ। ਵਾਹਿਗੁਰੂ ਮਿਹਰ ਕਰੇ। ਸਤਿ ਸ੍ਰੀ ਅਕਾਲ। It's so inspiring to see how he has dealt so effectively with his physical isolation and not made it into loneliness. I love his enthusiasm about how to make the best out of whatever we have. Being away from the family during this time, from friends, colleagues, and the work shut down temporarily, he has found meaningful ways how to deal with this lockdown. If he can do, so can we. Prayers, belief in oneself, and gratitude can help us to cope with many difficulties in our lives effectively. That is what I learned while talking to him. I would like to know your inspiring stories too. Comment in the section below, or you can now follow me on the Instagram at The Psych Talks. There's more coming up, so don't forget to subscribe to my channel and hit the bell button for further updates. Thank you.